ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਤੁਹਾਨੂੰ ਗੁਰੂ ਸਾਹਿਬ ਦੇ ਇੱਕ ਅਜਿਹੇ ਚਮਤਕਾਰ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਤੁਹਾਡਾ ਵੀ ਗੁਰੂ ਸਾਹਿਬ ਤੇ ਵਿਸ਼ਵਾਸ ਹੋਰ ਵੀ ਪੱਕਾ ਹੋ ਜਾਵੇਗਾ। ਇਹ ਘਟਨਾ ਸੰਨ 1970 ਦੀ ਕਪੂਰਥਲਾ ਸ਼ਹਿਰ ਦੀ ਹੈ। ਕਪੂਰਥਲਾ ਸ਼ਹਿਰ ਦੀ ਇੱਕ ਫੈਕਟਰੀ ਦੇ ਵਿੱਚ ਸਤਪਾਲ ਸਿੰਘ ਨਾਮ ਦਾ ਇੱਕ ਗੁਰਸਿੱਖ ਡਰਾਈਵਰ ਕੰਮ ਕਰਦਾ ਸੀ। ਉਸ ਨੇ ਹੀ ਇਸ ਘਟਨਾ ਬਾਰੇ ਸਭ ਨੂੰ ਜਾਣੂ ਕਰਵਾਇਆ ਸੀ। ਘਟਨਾ ਕੁਝ ਇਸ ਤਰ੍ਹਾਂ ਦੀ ਹੈ ਕਿ ਉਸ ਫੈਕਟਰੀ ਦੀਆਂ ਮਸ਼ੀਨਾਂ ਵਿੱਚ ਖਰਾਬੀ ਆ ਗਈ ਸੀ ਅਤੇ ਮਸ਼ੀਨਾਂ ਜਰਮਨ ਮੇਡ ਹੋਣ ਕਾਰਨ ਉਹਨਾਂ ਨੂੰ ਠੀਕ ਕਰਵਾਉਣ ਲਈ ਜਰਮਨ ਤੋਂ ਹੀ ਇੰਜੀਨੀਅਰ ਬੁਲਾਉਣਾ ਪਿਆ ਸੀ। ਪਾਲ ਸਿੰਘ ਜੀ ਨੇ ਦੱਸਿਆ ਕਿ ਉਸ ਇੰਜੀਨੀਅਰ ਨੂੰ ਮਸ਼ੀਨਾਂ ਠੀਕ ਕਰਨ ਲਈ 3 ਤੋਂ 4 ਦਿਨ ਲੱਗੇ। ਪਾਲ ਸਿੰਘ ਜੀ ਨੂੰ ਇਹ ਸਭ ਇਸ ਲਈ ਪਤਾ ਸੀ ਕਿਉਂਕਿ ਸਤਪਾਲ ਸਿੰਘ ਜੀ ਦੀ ਡਿਊਟੀ ਉਸ ਇੰਜੀਨੀਅਰ ਨਾਲ ਲਗਾ ਦਿੱਤੀ ਗਈ ਸੀ, ਕਿਉਂਕਿ ਸਤਪਾਲ ਸਿੰਘ ਜੀ ਨੂੰ ਵੀ ਅੰਗਰੇਜ਼ੀ ਭਾਸ਼ਾ ਦੀ ਥੋੜੀ ਬਹੁਤ ਸਮਝ ਸੀ। ਕੰਮ ਖਤਮ ਹੋਣ ਤੋਂ ਬਾਅਦ ਉਸ ਇੰਜੀਨੀਅਰ ਨੇ ਕਿਹਾ ਕਿ ਉਹ ਕੁਝ ਦਿਨ ਹੋਰ ਇੱਥੇ ਇੰਡੀਆ 'ਚ ਹੀ ਰਹੇਗਾ, ਕਿ ਇੱਥੇ ਨੇੜੇ ਕੁਝ ਦੇਖਣਯੋਗ ਜਗ੍ਹਾ ਹੈ। ਜਦੋਂ ਕੋਈ ਵੀ ਕੁਝ ਏਦਾਂ ਦਾ ਕਿਸੇ ਗੁਰਸਿੱਖ ਨੂੰ ਪੁੱਛਦਾ ਹੈ ਤਾਂ ਸਭ ਤੋਂ ਪਹਿਲਾਂ ਜ਼ੁਬਾਨ ਚੋਂ ਨਾਮ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦਾ ਹੀ ਆਉਂਦਾ ਹੈ। ਅਤੇ ਸਤਪਾਲ ਸਿੰਘ ਜੀ ਨੇ ਕਿਹਾ ਕਿ ਸਰ, ਇੱਥੇ ਦਰਬਾਰ ਸਾਹਿਬ ਦੇਖਣਯੋਗ ਜਗ੍ਹਾ ਹੈ। ਤੁਸੀਂ ਪਹਿਲਾਂ ਵੀ ਗੋਲਡਨ ਟੈਂਪਲ ਦਾ ਨਾਂ ਜ਼ਰੂਰ ਸੁਣਿਆ ਹੋਵੇਗਾ। ਤਾਂ ਅੱਗੋਂ ਇੰਜੀਨੀਅਰ ਨੇ ਕਿਹਾ ਕਿ ਮੈਂ ਗੋਲਡਨ ਟੈਂਪਲ ਦਾ ਨਾਂ ਕਈ ਵਾਰ ਸੁਣਿਆ ਹੈ। ਮਨ ਵਿੱਚ ਇੱਛਾ ਵੀ ਸੀ ਕਿ ਇਸ ਨੂੰ ਜਾ ਕੇ ਇੱਕ ਵਾਰ ਜ਼ਰੂਰ ਦੇਖਾਂ। ਉਸ ਤੋਂ ਬਾਅਦ ਇੰਜੀਨੀਅਰ ਨੇ ਆਪਣਾ ਸਮਾਨ ਪੈਕ ਕੀਤਾ ਅਤੇ ਇੱਕ ਜੀਪ ਰਾਹੀਂ ਉਹ ਦਰਬਾਰ ਸਾਹਿਬ ਚਲੇ ਗਏ। ਜਦੋਂ ਉਹ ਦਰਬਾਰ ਸਾਹਿਬ ਪਹੁੰਚੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਜੋੜੇ ਉਤਾਰਨ ਲਈ ਕਿਹਾ ਗਿਆ। ਇੰਜੀਨੀਅਰ ਨੇ ਪੁੱਛਿਆ ਕਿ ਇਸ ਤਰ੍ਹਾਂ ਕਿਉਂ ਕਰਨਾ ਹੈ, ਤਾਂ ਸਤਪਾਲ ਸਿੰਘ ਜੀ ਨੇ ਦੱਸਿਆ ਕਿ ਇਹ ਸਾਡੇ ਧਰਮ ਦੀ ਮਰਿਆਦਾ ਹੈ ਅਤੇ ਇਸ ਨੂੰ ਫੋਲੋ ਕਰਨਾ ਹੀ ਪਵੇਗਾ। ਉਸ ਨੇ ਗੱਲ ਮੰਨ ਲਈ ਅਤੇ ਜੋੜੇ ਉਤਾਰ ਦਿੱਤੇ। ਜਦੋਂ ਉਸ ਨੂੰ ਸਿਰ ਢੱਕਣ ਲਈ ਕਿਹਾ ਗਿਆ ਤਾਂ ਉਸਨੇ ਫਿਰ ਪੁੱਛਿਆ, ਸਿਰ ਢੱਕਣਾ ਕਿਉਂ ਜ਼ਰੂਰੀ ਹੈ? ਤਾਂ ਸਤਪਾਲ ਸਿੰਘ ਜੀ ਨੇ ਉਹਨਾਂ ਨੂੰ ਸਮਝਾਉਂਦਿਆਂ ਕਿਹਾ ਕਿ ਵੱਡੇ ਵਡੇਰਿਆਂ ਦੇ ਕੋਲ ਜਾਣ ਲੱਗਿਆਂ ਸਿਰ ਢੱਕਣਾ ਜ਼ਰੂਰੀ ਹੁੰਦਾ ਹੈ। ਇਹ ਉਹਨਾਂ ਦੇ ਸਤਿਕਾਰ ਵਜੋਂ ਕੀਤਾ ਜਾਂਦਾ ਹੈ। ਤਾਂ ਇੰਜੀਨੀਅਰ ਨੇ ਵੀ ਸਤਿਕਾਰ ਵਜੋਂ ਸਿਰ ਢੱਕ ਲਿਆ। ਇਸੇ ਤਰ੍ਹਾਂ ਚਰਨ ਗੰਗਾ ਤੋਂ ਵੀ ਇੰਜੀਨੀਅਰ ਜਦੋਂ ਟੱਪ ਕੇ ਅੱਗੇ ਲੰਘਣ ਲੱਗਾ ਤਾਂ ਉਸ ਨੂੰ ਪੈਰ ਧੋਣ ਲਈ ਕਿਹਾ ਗਿਆ। ਤਾਂ ਸਤਪਾਲ ਸਿੰਘ ਨੇ ਫਿਰ ਤੋਂ ਉਹਨਾਂ ਨੂੰ ਸਮਝਾਉਂਦਿਆਂ ਕਿਹਾ ਕਿ ਅੰਦਰ ਜਾਣ ਤੋਂ ਪਹਿਲਾਂ ਪੈਰ ਚੰਗੀ ਤਰ੍ਹਾਂ ਸਾਫ਼ ਹੋਣੇ ਚਾਹੀਦੇ ਹਨ। ਇਹ ਵੀ ਇੱਕ ਮਰਿਆਦਾ ਹੈ ਜੋ ਸਤਿਕਾਰ ਵਜੋਂ ਨਿਭਾਈ ਜਾਂਦੀ ਹੈ। ਜੋ ਉਸ ਨੂੰ ਕਹਿੰਦੇ ਗਏ ਉਹ ਮੰਨਦਾ ਗਿਆ, ਕਿਉਂਕਿ ਉਹ ਪਹਿਲੀ ਵਾਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਇਆ ਸੀ। ਜਦੋਂ ਉਹ ਅੰਦਰ ਦਾਖਿਲ ਹੋਏ ਤਾਂ ਉਸ ਦੇ ਮੂੰਹੋਂ ਆਪਣੇ ਆਪ ਹੀ ਨਿਕਲ ਗਿਆ, ਓ ਮਾਈ ਗੋਡ, ਸੋ ਬਿਊਟੀਫੁਲ। ਜਾਣੀ ਕਿ ਹੇ ਮੇਰੇ ਪਰਮਾਤਮਾ, ਇੰਨਾ ਸੋਹਣਾ, ਇੰਨਾ ਸਾਫ਼ ਸੁਥਰਾ। ਉਸ ਨੇ ਹੈਰਾਨ ਹੋ ਕੇ ਸਤਪਾਲ ਸਿੰਘ ਜੀ ਨੂੰ ਪੁੱਛਿਆ, ਇਹ ਇੰਨਾ ਸਾਫ਼ ਕਿਵੇਂ ਹੈ? ਤਾਂ ਸਤਪਾਲ ਸਿੰਘ ਜੀ ਨੇ ਦੱਸਿਆ ਕਿ ਸਵੇਰੇ ਸਵੇਰੇ ਇੱਥੇ ਗੋਡ ਜੀ ਦੇ ਸੇਵਕ ਆਉਂਦੇ ਹਨ ਅਤੇ ਇਸ ਨੂੰ ਸਾਫ਼ ਕਰਦੇ ਹਨ। ਤਾਂ ਇਹ ਸੁਣ ਕੇ ਇੰਜੀਨੀਅਰ ਨੇ ਹੈਰਾਨ ਹੋ ਕੇ ਪੁੱਛਿਆ ਕਿ ਸੱਚਮੁੱਚ ਹੀ ਇੱਥੇ ਗੋਡ ਜੀ ਦੇ ਸੇਵਕ ਆਉਂਦੇ ਹਨ? ਤਾਂ ਸਤਪਾਲ ਜੀ ਨੇ ਕਿਹਾ, ਹਾਂਜੀ, ਇਹ ਸੱਚ ਹੈ। ਉਸ ਤੋਂ ਬਾਅਦ ਉਹਨਾਂ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਪਰਿਕਰਮਾ ਕਰਕੇ ਦੇਗ ਪ੍ਰਸ਼ਾਦ ਲਿਆ। ਇੰਜੀਨੀਅਰ ਨੇ ਵੀ ਦੇਗ ਦੀ ਸੇਵਾ ਕੀਤੀ। ਜਦੋਂ ਦਰਸ਼ਨੀ ਡਿਊਟੀ ਵੱਲ ਖੜ ਕੇ ਇੰਜੀਨੀਅਰ ਨੇ ਦਰਬਾਰ ਸਾਹਿਬ ਵੱਲ ਵੇਖਿਆ ਤਾਂ ਉਸਦੇ ਮੂੰਹੋਂ ਆਪਣੇ ਆਪ ਹੀ ਨਿਕਲ ਗਿਆ, ਓ ਮਾਈ ਗੋਡ, ਮਾਈ ਜੀਜਸ। ਪਾਲ ਜੀ ਨੂੰ ਲੱਗਿਆ ਕਿ ਉਸ ਨੂੰ ਆਪਣੇ ਜੀਜਸ ਦੇ ਦਰਸ਼ਨ ਹੋਏ ਹੋਣਗੇ ਅਤੇ ਉਸ ਨੇ ਵਿਸਮਾਦ ਵਿੱਚ ਆ ਕੇ ਹੀ ਇਹ ਸ਼ਬਦ ਕਹੇ ਹੋਣਗੇ। ਉਸ ਤੋਂ ਬਾਅਦ ਉਹ ਅੰਦਰ ਗਏ, ਮੱਥਾ ਟੇਕਿਆ ਅਤੇ ਰਾਗੀ ਸਿੰਘਾਂ ਦੇ ਪਿੱਛੇ ਬੈਠ ਕੇ ਕੀਰਤਨ ਸਰਵਣ ਕੀਤਾ। ਕੀਰਤਨ ਸੁਣਦੇ ਸੁਣਦੇ ਕਦੋਂ 2 ਘੰਟਿਆਂ ਤੋਂ ਉੱਪਰ ਸਮਾਂ ਹੋ ਗਿਆ ਉਹਨਾਂ ਨੂੰ ਪਤਾ ਹੀ ਨਾ ਲੱਗਾ।
ਪਰ ਸਤਪਾਲ ਸਿੰਘ ਜੀ ਨੂੰ ਬਹੁਤ ਹੀ ਮਹਿਸੂਸ ਹੋਇਆ ਕਿ ਮੈਨੂੰ ਤਾਂ ਕੀਰਤਨ ਦੀ ਸਮਝ ਲੱਗਦੀ ਹੈ, ਇਸ ਲਈ ਮੈਨੂੰ ਪਤਾ ਹੀ ਨਹੀਂ ਲੱਗਾ ਕਿ 2 ਘੰਟੇ ਕਦੋਂ ਹੋ ਗਏ। ਪਰ ਇਸ ਜਰਮਨ ਇੰਜੀਨੀਅਰ ਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ ਹੋਵੇਗਾ। ਉਹ ਤਾਂ ਇਹੀ ਸੋਚ ਰਿਹਾ ਹੋਣਾ ਕਿ ਉਸ ਨੂੰ ਤਾਂ ਮਜਬੂਰੀ ਵਿੱਚ ਹੀ ਉਸਦੇ ਨਾਲ 2 ਘੰਟੇ ਬੈਠਣਾ ਪੈ ਗਿਆ। ਉਸ ਤੋਂ ਬਾਅਦ ਬਾਹਰ ਆ ਕੇ ਪਾਲ ਸਿੰਘ ਜੀ ਨੇ ਇੰਜੀਨੀਅਰ ਨੂੰ ਕਿਹਾ ਕਿ ਮਾਫ ਕਰਨਾ, ਮੇਰੇ ਕਰਕੇ ਤੁਹਾਨੂੰ 2 ਘੰਟੇ ਬੈਠਣਾ ਪੈ ਗਿਆ। ਪਰ ਇੰਜੀਨੀਅਰ ਨੇ ਅੱਗੋਂ ਪਾਲ ਸਿੰਘ ਜੀ ਨੂੰ ਪੁੱਛਿਆ, ਜੋ ਉੱਥੇ ਗਾਇਆ ਜਾ ਰਿਹਾ ਸੀ, ਕੀ ਤੁਹਾਨੂੰ ਉਸਦੀ ਸਮਝ ਆ ਰਹੀ ਸੀ? ਤਾਂ ਸਤਪਾਲ ਸਿੰਘ ਜੀ ਨੇ ਅੱਗੋਂ ਹੱਸਦੇ ਹੋਏ ਕਿਹਾ, ਹਾਂ, ਮੈਂ ਇੱਕ ਗੁਰਸਿੱਖ ਹਾਂ, ਮੈਂ ਗੁਰਬਾਣੀ ਗੁਰਮੁਖੀ ਸਭ ਜਾਣਦਾ ਹਾਂ। ਮੈਂ ਉੱਥੇ ਗਾਏ ਜਾ ਰਹੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਸੀ ਅਤੇ ਆਨੰਦ ਮਾਣ ਰਿਹਾ ਸੀ। ਪਰ ਅੱਗੋਂ ਇੰਜੀਨੀਅਰ ਨੇ ਬੜੇ ਹੈਰਾਨ ਹੋ ਕੇ ਕਿਹਾ ਕਿ ਉੱਥੇ ਗੁਰਮੁਖੀ ਵਿੱਚ ਨਹੀਂ, ਜਰਮਨ ਭਾਸ਼ਾ ਵਿੱਚ ਗਾਇਆ ਜਾ ਰਿਹਾ ਸੀ, ਇਸ ਲਈ ਤਾਂ ਮੈਂ ਵੀ ਉੱਥੇ 2 ਘੰਟੇ ਬੈਠਾ ਰਿਹਾ ਅਤੇ ਆਨੰਦ ਮਾਣਿਆ। ਮੈਨੂੰ ਸਭ ਕੁਝ ਸਮਝ ਆ ਰਿਹਾ ਸੀ। ਪਰ ਸਤਪਾਲ ਸਿੰਘ ਜੀ ਇੱਕ ਵਾਰ ਫਿਰ ਤੋਂ ਹੈਰਾਨ ਹੋ ਕੇ ਬੋਲੇ, ਨਹੀਂ ਨਹੀਂ ਇੰਜੀਨੀਅਰ ਜੀ, ਇੱਥੇ ਤਾਂ ਹਰ ਰੋਜ਼ ਕੀਰਤਨ ਗੁਰਮੁਖੀ ਭਾਸ਼ਾ ਵਿੱਚ ਹੀ ਹੁੰਦਾ ਹੈ। ਤੁਸੀਂ ਏਦਾਂ ਕਿਉਂ ਕਹਿ ਰਹੇ ਹੋ, ਜਾਂ ਫਿਰ ਤੁਸੀਂ ਮਜ਼ਾਕ ਕਰ ਰਹੇ ਹੋ? ਅੱਗੋਂ ਇੰਜੀਨੀਅਰ ਨੇ ਪੂਰਾ ਸੀਰੀਅਸ ਹੁੰਦੇ ਹੋਏ ਕਿਹਾ ਕਿ ਸਤਪਾਲ ਜੀ, ਮੈਨੂੰ ਉੱਥੇ ਬੈਠਿਆਂ ਇੱਕ ਇੱਕ ਸ਼ਬਦ ਸਮਝ ਆ ਰਿਹਾ ਸੀ, ਤਾਂ ਹੀ ਤਾਂ ਮੈਂ ਪੂਰਾ 2 ਘੰਟੇ ਬੈਠ ਕੇ ਕੀਰਤਨ ਦਾ ਆਨੰਦ ਮਾਣਿਆ। ਇਹ ਗੱਲ ਸੁਣ ਕੇ ਸਤਪਾਲ ਸਿੰਘ ਜੀ ਸੋਚਾਂ ਵਿੱਚ ਪੈ ਗਏ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਪਰ ਕੁਝ ਸਮਾਂ ਸੋਚਣ ਤੋਂ ਬਾਅਦ ਉਹਨਾਂ ਨੂੰ ਅਸਲ ਗੱਲ ਸਮਝ ਆ ਗਈ ਕਿ ਇਹ ਸ੍ਰੀ ਗੁਰੂ ਰਾਮਦਾਸ ਜੀ ਦੀ ਹੀ ਕਿਰਪਾ ਹੈ। ਗੁਰੂ ਦੀ ਰਮਜ਼ ਸਮਝਣ ਤੋਂ ਬਾਅਦ ਪਾਲ ਸਿੰਘ ਜੀ ਨੇ ਇੰਜੀਨੀਅਰ ਨਾਲ ਬਹਿਸ ਨਹੀਂ ਕੀਤੀ ਅਤੇ ਉਹ ਲੰਗਰ ਛਕਣ ਦੇ ਲਈ ਅੱਗੇ ਚਲੇ ਗਏ। ਲੰਗਰ ਛਕਣ ਤੋਂ ਬਾਅਦ ਇੰਜੀਨੀਅਰ ਨੇ ਸਤਪਾਲ ਜੀ ਨੂੰ ਪੁੱਛਿਆ ਕਿ ਇਸ ਫੂਡ ਦੇ ਪੈਸੇ ਕਿੱਥੇ ਪੇ ਕਰਨੇ ਹਨ? ਪਾਲ ਸਿੰਘ ਜੀ ਨੇ ਕਿਹਾ ਕਿ ਇਹ ਸਭ ਫ੍ਰੀ ਹੈ। ਫ੍ਰੀ ਦਾ ਨਾਮ ਸੁਣ ਕੇ ਇੰਜੀਨੀਅਰ ਇੱਕ ਵਾਰ ਫਿਰ ਤੋਂ ਹੈਰਾਨ ਹੋ ਗਿਆ ਅਤੇ ਕਿਹਾ ਕਿ ਇੰਨੇ ਸਾਰੇ ਲੋਕ ਫ੍ਰੀ ਵਿੱਚ ਖਾਣਾ ਖਾਂਦੇ ਹਨ? ਤਾਂ ਸਤਪਾਲ ਸਿੰਘ ਜੀ ਨੇ ਕਿਹਾ, ਹਾਂਜੀ, ਇੱਥੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਫ੍ਰੀ ਵਿੱਚ ਹੀ ਖਾਣਾ ਖਾਂਦੇ ਹਨ ਅਤੇ ਇਹ ਮਰਿਆਦਾ ਵਰ੍ਹਿਆਂ ਤੋਂ ਚਲਦੀ ਆ ਰਹੀ ਹੈ ਅਤੇ ਚਲਦੀ ਹੀ ਰਹੇਗੀ। ਹੁਣ ਉਸ ਇੰਜੀਨੀਅਰ ਦੀ ਹੈਰਾਨੀ ਦੀ ਹੱਦ ਹੋਰ ਵੀ ਵੱਧ ਗਈ ਸੀ ਅਤੇ ਉਹ ਹੋਰ ਜਾਣਨ ਲਈ ਉਤਸੁਕ ਹੋ ਰਿਹਾ ਸੀ। ਇਸ ਕਰਕੇ ਉਹ ਸਮਾਪਤੀ ਤੱਕ ਦਰਬਾਰ ਸਾਹਿਬ ਹੀ ਰਿਹਾ ਅਤੇ ਜਦੋਂ ਸਮਾਪਤੀ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਸਾਹਿਬ ਵਿੱਚ ਅਕਾਲ ਤਖਤ ਵੱਲ ਲਿਜਾਣ ਲੱਗੇ ਤਾਂ ਇੰਜੀਨੀਅਰ ਨੇ ਸਤਪਾਲ ਸਿੰਘ ਜੀ ਨੂੰ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ? ਤਾਂ ਸਤਪਾਲ ਸਿੰਘ ਜੀ ਨੇ ਕਿਹਾ, ਗੌਡ ਜੀ ਆਪਣੇ ਵਿਸ਼ਰਾਮ ਸਥਾਨ ਤੇ ਜਾ ਰਹੇ ਹਨ। ਇਹ ਗੱਲ ਸੁਣ ਕੇ ਉਸ ਇੰਜੀਨੀਅਰ ਨੇ ਵੀ ਪਾਲਕੀ ਸਾਹਿਬ ਨੂੰ ਮੋਢਾ ਲਗਾ ਲਿਆ ਅਤੇ ਅਕਾਲ ਤਖਤ ਸਾਹਿਬ ਤੱਕ ਨਾਲ ਹੀ ਗਿਆ। ਉਸ ਤੋਂ ਬਾਅਦ ਉਸ ਇੰਜੀਨੀਅਰ ਨੇ ਸਤਪਾਲ ਸਿੰਘ ਜੀ ਨੂੰ ਪੁੱਛਿਆ ਕਿ ਸਤਪਾਲ ਸਿੰਘ ਜੀ, ਆਪਾਂ ਰਾਤ ਕਿੱਥੇ ਬਤੀਤ ਕਰਨੀ ਹੈ ਅਤੇ ਸੋਣਾ ਕਿੱਥੇ ਹੈ, ਕਿਉਂਕਿ ਉਸਨੇ ਸਵੇਰੇ ਗੌਡ ਜੀ ਦੇ ਸੇਵਾਦਾਰਾਂ ਨੂੰ ਦੇਖਣਾ ਹੈ ਜੋ ਰੋਜ਼ ਸਵੇਰੇ ਸਫਾਈ ਕਰਨ ਆਉਂਦੇ ਹਨ। ਤਾਂ ਪਾਲ ਸਿੰਘ ਜੀ ਨੇ ਕਿਹਾ ਕਿ ਆਪਾਂ ਅੱਜ ਇੱਥੇ ਹੀ ਪਰਿਕਰਮਾ ਵਿੱਚ ਸੋਵਾਂਗੇ ਤਾਂ ਕਿ ਉਹ ਸਵੇਰੇ ਅੰਮ੍ਰਿਤ ਵੇਲੇ ਸੇਵਾਦਾਰਾਂ ਦੇ ਦਰਸ਼ਨ ਕਰ ਸਕੇ। ਜਦੋਂ ਸਵੇਰੇ ਸੇਵਾਦਾਰ ਬਾਲਟੀਆਂ ਲੈ ਕੇ ਆਏ ਤਾਂ ਸਤਪਾਲ ਸਿੰਘ ਜੀ ਨੇ ਉਸ ਇੰਜੀਨੀਅਰ ਨੂੰ ਉਠਾਇਆ ਤਾਂ ਇੰਜੀਨੀਅਰ ਉਸੇ ਵੇਲੇ ਉੱਠ ਕੇ ਆਪਣੇ ਕਮੀਜ਼ ਨਾਲ ਹੀ ਪਰਿਕਰਮਾ ਦੀ ਸਫਾਈ ਕਰਨ ਲੱਗ ਗਿਆ। ਉਸ ਤੋਂ ਬਾਅਦ ਉਹ ਇਸ਼ਨਾਨ ਕਰਕੇ ਤਿਆਰ ਹੋ ਕੇ ਅਕਾਲ ਤਖਤ ਦੇ ਬਾਹਰ ਖੜੇ ਹੋ ਗਏ ਅਤੇ ਉਹ ਇੰਜੀਨੀਅਰ ਵੀ ਇਸ਼ਨਾਨ ਕਰਕੇ ਤਿਆਰ ਹੋ ਕੇ ਅਕਾਲ ਤਖਤ ਦੇ ਬਾਹਰ ਖੜੇ ਹੋ ਗਏ ਅਤੇ ਉਹ ਇੰਜੀਨੀਅਰ ਵੀ ਪਾਲਕੀ ਸਾਹਿਬ ਨੂੰ ਮੋਢਾ ਲਗਾ ਕੇ ਦਰਬਾਰ ਸਾਹਿਬ ਤੱਕ ਲੈ ਗਿਆ। ਦਰਬਾਰ ਸਾਹਿਬ ਪਹੁੰਚ ਕੇ ਉਹ ਕੀਰਤਨ ਬਾਣੀ ਸੁਣਦਾ ਰਿਹਾ। ਉਸ ਦੇ ਹਿਸਾਬ ਨਾਲ ਬਾਣੀ ਜਰਮਨ ਭਾਸ਼ਾ ਵਿੱਚ ਹੀ ਚੱਲ ਰਹੀ ਸੀ
ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਹੀ ਇੱਕ ਲੀਲਾ ਸੀ। ਉਸ ਦੇ ਅੰਦਰ ਬਾਣੀ ਦੀ ਅਜਿਹੀ ਤੋੜ ਲੱਗੀ ਕਿ ਉਹ ਸ਼ਾਮ ਨੂੰ ਕੀਰਤਨ ਸੋਹਿਲਾ ਤੱਕ ਉੱਥੇ ਹੀ ਬੈਠਾ ਰਿਹਾ। 2 ਦਿਨ ਉੱਥੇ ਰੁਕਣ ਤੋਂ ਬਾਅਦ ਉਸ ਨੇ ਸਤਪਾਲ ਸਿੰਘ ਜੀ ਨੂੰ ਕਿਹਾ ਕਿ ਮੈਨੂੰ ਇਹ ਕਕਾਰ ਲੈ ਕੇ ਦਿਓ, ਕਿਉਂਕਿ ਮੈਂ ਇਸ ਨੂੰ ਜਰਮਨੀ ਲੈ ਕੇ ਜਾਣਾ ਹੈ। ਉਸ ਨੇ ਕਕਾਰ ਲਏ ਅਤੇ ਉੱਥੋਂ ਚਲੇ ਗਏ। ਕੁਝ ਸਮੇਂ ਬਾਅਦ ਸਤਪਾਲ ਜੀ ਨੇ ਉਹ ਨੌਕਰੀ ਛੱਡ ਦਿੱਤੀ। 4 ਸਾਲ ਬਾਅਦ ਜਦੋਂ ਉਸ ਇੰਜੀਨੀਅਰ ਨੂੰ ਦੁਬਾਰਾ ਕਿਸੇ ਕੰਮ ਤੋਂ ਫੈਕਟਰੀ ਬੁਲਾਇਆ ਗਿਆ ਤਾਂ ਕੰਮ ਖਤਮ ਕਰਨ ਤੋਂ ਬਾਅਦ ਉਸ ਨੇ ਸਤਪਾਲ ਸਿੰਘ ਜੀ ਬਾਰੇ ਪੁੱਛਿਆ। ਜਦੋਂ ਉਸ ਨੂੰ ਪਤਾ ਲੱਗਿਆ ਕਿ ਸਤਪਾਲ ਸਿੰਘ ਜੀ ਨੌਕਰੀ ਛੱਡ ਗਏ ਹਨ ਤਾਂ ਉਸ ਨੇ ਸਪੈਸ਼ਲ ਫੋਨ ਕਰਕੇ ਉਹਨਾਂ ਨੂੰ ਉੱਥੇ ਬੁਲਾਇਆ। ਜਦੋਂ ਸਤਪਾਲ ਸਿੰਘ ਜੀ ਉੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਉੱਥੇ ਇੱਕ ਸਿੰਘ ਨੀਲੇ ਬਾਣੇ ਵਿੱਚ ਖੜਾ ਸੀ, ਜੋ ਕੱਦ ਕਾਠੀ ਤੋਂ ਬੜਾ ਹੀ ਉੱਚਾ, ਲੰਮਾ ਅਤੇ ਸੋਹਣਾ ਸੁਨੱਖਾ ਸੀ। ਸਤਪਾਲ ਸਿੰਘ ਜੀ ਨੇ ਉਸ ਨੂੰ ਨਹੀਂ ਪਹਿਚਾਨਿਆ ਤਾਂ ਉਸ ਨੀਲੇ ਬਾਣੇ ਵਾਲੇ ਸਿੰਘ ਨੇ ਹੀ ਦੱਸਿਆ ਕਿ ਮੈਂ ਉਹੀ ਇੰਜੀਨੀਅਰ ਹਾਂ ਜਿਸ ਨੂੰ ਤੁਸੀਂ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਵਾਏ ਸੀ। ਉਸ ਸਿੰਘ ਨੇ ਦੱਸਦੇ ਹੋਏ ਕਿਹਾ ਕਿ ਉਸ ਤੇ ਗੁਰੂ ਰਾਮਦਾਸ ਜੀ ਦੀ ਇੰਨੀ ਕਿਰਪਾ ਹੋਈ ਕਿ ਉਹ ਜਰਮਨ ਜਾ ਕੇ ਇੱਕ ਸਿੰਘ ਸੱਜ ਗਿਆ ਸੀ ਅਤੇ ਆਪਣੇ ਪਰਿਵਾਰ ਨੂੰ ਵੀ ਅੰਮ੍ਰਿਤ ਛਕਾ ਦਿੱਤਾ ਸੀ ਅਤੇ ਹੁਣ ਉਹ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਕੇ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ ਹੈ। ਇਸ ਘਟਨਾ ਵਿੱਚ ਕਿਸੇ ਨੇ ਵੀ ਉਸ ਇੰਜੀਨੀਅਰ ਨੂੰ ਫੋਰਸ ਨਹੀਂ ਕੀਤਾ ਸੀ ਕਿ ਤੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਦਾ ਸਤਿਕਾਰ ਕਰ। ਉਸ ਦੇ ਆਪਣੇ ਅੰਦਰੋਂ ਹੀ ਸਤਿਕਾਰ ਨਿਕਲਿਆ ਅਤੇ ਗੁਰੂ ਨੇ ਉਸ ਦੀ ਬਾਂਹ ਫੜ ਲਈ। ਉਸ ਨੂੰ ਕਿਸੇ ਨੇ ਨਹੀਂ ਕਿਹਾ ਕਿ ਤੂੰ ਸਿੰਘ ਸੱਜ। ਉਸ ਦੇ ਆਪਣੇ ਮਨ ਹੀ ਮਿਹਰ ਪਈ ਅਤੇ ਉਹ ਸਿੰਘ ਸੱਜ ਗਿਆ। ਪਰਮਾਤਮਾ ਦੀ ਮਿਹਰ ਦੀ ਕੋਈ ਸੀਮਾ ਨਹੀਂ ਹੁੰਦੀ, ਉਹ ਕਿਸੇ ਤੇ ਵੀ ਕਿਸੇ ਵੀ ਸਮੇਂ ਕਿਰਪਾ ਕਰ ਸਕਦਾ ਹੈ। ਸੰਗਤ ਜੀ, ਵੀਡੀਓ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹੋਰ ਵੀ ਸੰਗਤਾਂ ਦਾ ਭਲਾ ਹੋ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਜਲਦੀ ਹੀ ਇੱਕ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ। ਓਨੀ ਦੇਰ ਲਈ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।